ਹਿੰਦੂ ਤਵ ਦਾ ਮਹਾਤਾਂਡਵ ਸਾਕਾ ਨਵੰਬਰ 1984। ਗੁਰਦੁਆਰੇ ਬਣੇ ਚੋਣਵਾਂ ਨਿਸ਼ਾਨਾਂ ਅਤੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਹੀ ਥਾਵਾਂ ਤੇ ਹਿੰਦੂ ਹਜੂਮਾਂ ਵੱਲੋਂ ਗੁਰਦੁਆਰਿਆਂ ਨੂੰ ਉਚੇਚਾ ਨਿਸ਼ਾਨਾ ਬਣਾਇਆ ਗਿਆ। ਦਿੱਲੀ ਅੰਦਰ ਕਤਲੋਗਾਰਤ ਦੇ ਥੰਮਦਿਆਂ ਹੀ 5 ਨਵੰਬਰ ਨੂੰ ਜਸਟਿਸ ਹਦਾਇਤੁੱਲਾ ਦੀ ਅਗਵਾਈ ਹੇਠ ਕਾਇਮ ਕੀਤੀ ਗਈ ਪੀਪਲਜ਼ ਰਿਲੀਫ ਕਮੇਟੀ ਨਾਂ ਦੀ ਲੋਕ ਸੰਸਥਾ ਨੇ ਸਮੁੱਚੇ ਘੱਲੂਘਾਰੇ ਦੌਰਾਨ ਗੁਰਦੁਆਰਿਆਂ ਨੂੰ ਸਾੜਨ ਦੀਆਂ ਘਟਨਾਵਾਂ ਬਾਰੇ ਇਕੱਠੀ ਕੀਤੀ ਭਰਵੀਂ ਜਾਣਕਾਰੀ ਦੇ ਆਧਾਰ ਤੇ ਮਿਸ਼ਰਾ ਕਮਿਸ਼ਨ ਅੱਗੇ ਪੇਸ਼ ਕੀਤੇ ਆਪਣੇ ਹਲਫਨਾਮੇ ਵਿੱਚ ਇਹ ਅਹਿਮ ਤੱਥ ਨੋਟ ਕੀਤਾ ਸੀ ਕਿ ਹਰ ਇਲਾਕੇ ਅੰਦਰ ਹੀ ਦੰਗਾਕਾਰੀਆਂ ਦਾ ਰੋਹ ਸਭ ਨਾਲੋਂ ਪਹਿਲਾਂ ਗੁਰਦੁਆਰੇ ਉੱਤੇ ਨਾਜ਼ਲ ਹੋਇਆ ਸੀ। ਇਹ ਤੱਥ ਅਮੀਆ ਰਾਓ, ਅਰਬਿੰਦੋ ਘੋਸ਼ ਤੇ ND ਪੰਚੋਲੀ ਨੇ ਵੀ ਬਿਆਨ ਕੀਤਾ ਹੈ। ਹਰਜੀ ਮਲਕ ਨੇ ਵੀ ਇਸ ਤੱਥ ਦੀ ਤਸਦੀਕ ਕਰਦਿਆਂ ਲਿਖਿਆ ਹੈ ਕਿ ਬਲੂ ਸਟਾਰ ਦੀ ਤਰ੍ਹਾਂ ਸਾਰੀ ਦਿੱਲੀ ਦੇ ਗੁਰਦੁਆਰੇ ਧਾੜਵੀਆਂ ਦੇ ਪਹਿਲੇ ਨਿਸ਼ਾਨੇ ਸਨ। ਸਿਟੀਜ਼ਨਜ਼ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਇਹ ਅਹਿਮ ਇਕਸ਼ਾਫ ਕੀਤਾ ਹੈ ਕਿ ਦਿੱਲੀ ਦੇ ਕੁੱਲ 450 ਦੇ ਕਰੀਬ ਗੁਰਦੁਆਰਿਆਂ ਚੋਂ ਕੋਈ 3/4 ਗੁਰਦੁਆਰਿਆਂ ਨੂੰ ਤਕੜਾ ਨੁਕਸਾਨ ਪਹੁੰਚਾਇਆ ਗਿਆ ਜਾਂ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਸੀ। ਇਕੱਲੇ ਜਨਕਪੁਰੀ ਇਲਾਕੇ ਵਿੱਚ ਹੀ 14 ਗੁਰਦੁਆਰਿਆਂ ਨੂੰ ਅੱਗਾਂ ਲਾਈਆਂ ਗਈਆਂ ਸਨ। ਕਮਿਸ਼ਨ ਮੁਤਾਬਕ ਭਾਰਤ ਅੰਦਰ ਫਿਰਕੂ ਹਿੰਸਾ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਧਾਰਮਿਕ ਅਸਥਾਨਾਂ ਉੱਤੇ ਤਰਤੀਬਬੱਧ ਹਮਲੇ ਕੀਤੇ ਗਏ। ਦਿੱਲੀ ਦੇ ਇੱਕ ਸਿੱਖ ਵਿਦਵਾਨ ਡਾਕਟਰ ਜਸਪਾਲ ਸਿੰਘ ਨੇ ਇਸ ਵਰਤਾਰੇ ਦਾ ਜ਼ਿਕਰ ਕਰਦਿਆਂ ਹੋਇਆਂ ਲਿਖਿਆ ਹੈ ਕਿ ਇਥੋਂ ਤੱਕ ਕਿ ਉਹ ਮਹਾਨ ਪਵਿੱਤਰ ਇਤਿਹਾਸਕ ਅਸਥਾਨ ਜਿੱਥੇ ਤਿਲਕ ਜੰਜੂ ਦੇ ਰਾਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ ਕੀਤਾ ਗਿਆ ਸੀ, ਗੁਰਦੁਆਰਾ ਰਕਾਬਗੰਜ ਵੀ ਹਿੰਸਕ ਭੀੜ ਨੇ ਆਪਣੀ ਵਹਿਸ਼ਤ ਦਾ ਨਿਸ਼ਾਨਾ ਬਣਾਇਆ। ਕੋਈ ਤਬਕਾ ਇਤਨਾ ਘ੍ਰਿਣਿਤ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਇਸ ਘਟਨਾ ਤੋਂ ਪਹਿਲਾਂ ਨਹੀਂ ਸੀ ਲਾਇਆ ਜਾ ਸਕਦਾ। ਇਹ ਵਰਤਾਰਾ ਦਿੱਲੀ ਤੱਕ ਹੀ ਸੀਮਤ ਨਹੀਂ ਰਿਹਾ ਸੀ। ਹਿੰਦੂ ਫਿਰਕੂਪੁਣੇ ਦਾ ਇਹ ਘਿਨਾਉਣਾ ਪੱਖ ਹਰ ਜਗ੍ਹਾ ਉਜਾਗਰ ਹੋਇਆ। ਕਾਨਪੁਰ ਸ਼ਹਿਰ ਦੇ ਕੁੱਲ 50 ਦੇ ਕਰੀਬ ਗੁਰਦੁਆਰਿਆਂ ਚੋਂ ਮੁਸ਼ਕਲ ਨਾਲ 1-2 ਗੁਰਦੁਆਰੇ ਹੀ ਬਚੇ ਹੋਣਗੇ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਸੀ ਹੋਇਆ। ਬਾਕੀ ਸਾਰਿਆਂ ਦੀ ਜਾਂ ਤਾਂ ਭੰਨ ਤੋੜ ਕੀਤੀ ਗਈ ਅਤੇ ਜਾਂ ਬਹੁਤਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਸਮੇਤ ਅੱਗਾਂ ਲਾ ਕੇ ਸਾੜ ਦਿੱਤਾ ਗਿਆ ਸੀ। ਧੰਨਬਾਦ ਸ਼ਹਿਰ ਦੇ ਇੱਕ ਗੁਰਦੁਆਰੇ ਨੂੰ ਲਾਈ ਗਈ ਅੱਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਜਨ ਤੋਂ ਵੱਧ ਸਰੂਪ ਪੂਰੀ ਤਰ੍ਹਾਂ ਸੜ ਗਏ ਸਨ। ਇਸ ਤੋਂ ਇਲਾਵਾ ਆਲੇ ਦੁਆਲੇ ਦੇ ਇਲਾਕੇ ਅੰਦਰ 4-5 ਹੋਰ ਗੁਰਦੁਆਰੇ ਵੀ ਅੱਗ ਲਾ ਕੇ ਲੂਹ ਦਿੱਤੇ ਗਏ ਸਨ। ਬਿਹਾਰ ਦੇ ਪਟਨਾ ਸ਼ਹਿਰ ਅੰਦਰ ਫਿਰਕੂ ਜਨੂਨੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਪਟਨਾ ਸ਼ਹਿਰ ਅੰਦਰ ਗੁਜ਼ਾਰੇ ਸਮੇਂ ਨਾਲ ਸੰਬੰਧਿਤ ਇੱਕ ਗੁਰਦੁਆਰੇ ਨੂੰ ਅੱਗ ਲਾਉਣ ਤੋਂ ਗੁਰੇਜ਼ ਨਹੀਂ ਸੀ ਕੀਤਾ। ਹਰਿਆਣੇ ਅੰਦਰ ਅਨੇਕਾਂ ਥਾਵਾਂ ਤੇ ਗੁਰੂ ਘਰਾਂ ਨੂੰ ਅੱਗਾਂ ਲਾਈਆਂ ਗਈਆਂ। ਪਲਵਲ ਦੇ ਇੱਕ ਗੁਰਦੁਆਰੇ ਵਿੱਚ ਸੁੱਤੇ ਪਏ ਗ੍ਰੰਥੀ ਤੇ ਇੱਕ ਯਾਤਰੀ ਨੂੰ ਮੰਜਿਆਂ ਤੇ ਬੰਨ੍ਹ ਕੇ ਅੱਗ ਲਾ ਕੇ ਜਿਉਂਦਿਆਂ ਸਾੜ ਦਿੱਤਾ ਗਿਆ ਸੀ। ਇਸੇ ਤਰ੍ਹਾਂ ਗੁੜਗਾਉਂ ਤੇ ਰੇਵਾੜੀ ਦੇ ਇਲਾਕਿਆਂ ਵਿੱਚ ਕਈ ਸਾਰੇ ਗੁਰਦੁਆਰਿਆਂ ਨੂੰ ਨੁਕਸਾਨ ਪਹੁੰਚਾਇਆ ਗਿਆ। ਉੱਤਰ ਪ੍ਰਦੇਸ਼ ਤੇ ਹੋਰਨਾਂ ਰਾਜਾਂ ਅੰਦਰ ਵੀ ਅਜਿਹੀਆਂ ਵਾਰਦਾਤਾਂ ਵੱਡੀ ਗਿਣਤੀ ਵਿੱਚ ਹੋਈਆਂ। ਅਮੀਆ ਰਾਓ, ਘੋਸ਼ ਤੇ ਪੰਚੋਲੀ ਨੇ ਇਸ ਫਿਰਕੂਕਾਰੇ ਦੀ ਵਿਆਖਿਆ ਕਰਦਿਆਂ ਹੋਇਆਂ ਲਿਖਿਆ ਹੈ ਕਿ ਕਿਸੇ ਸਿੱਖ ਲਈ ਗੁਰਦੁਆਰਾ ਉਸ ਦੀ ਨਿਹਚਾ, ਪ੍ਰੇਮ ਭਾਵ ਤੇ ਦੀਦਾ ਦਲੇਰੀ ਗੱਲ ਕੀ ਉਸ ਦੀਆਂ ਸਾਰੀਆਂ ਮਾਨਤਾਵਾਂ ਦਾ ਪ੍ਰਤੀਕ ਹੈ। ਜਦੋਂ ਗੁਰਦੁਆਰਾ ਢੱਠ ਗਿਆ ਤਾਂ ਉਹ ਵੀ ਇਸ ਦੇ ਨਾਲ ਹੀ ਢਹਿ ਜਾਂਦਾ ਹੈ। ਧਾੜਵੀਆਂ ਵੱਲੋਂ ਪਹਿਲਾਂ ਉਸ ਦਾ ਨੈਤਿਕ ਬਲ ਤੋੜਿਆ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਜਿਸਮਾਨੀ ਰੂਪ ਵਿੱਚ ਭੰਨਿਆ ਗਿਆ। ਇਹੀ ਵਜ੍ਹਾ ਸੀ ਕਿ ਹਰ ਜਗ੍ਹਾ ਪਹਿਲਾਂ ਗੁਰਦੁਆਰੇ ਉੱਤੇ ਹਮਲਾ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਸਿੱਖਾਂ ਦਾ ਕਤਲ ਕੀਤਾ ਗਿਆ ਸੀ। ਗੁਰਦੁਆਰਿਆਂ ਨੂੰ ਸਾੜਨ ਦੇ ਨਾਲ ਹੀ ਫਿਰਕੂ ਭੀੜਾਂ ਦੁਆਰਾ
ਬਹੁਤ ਸਾਰੀਆਂ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਗਿਣ ਮਿਥ ਕੇ ਅਤੇ ਬੇਹੱਦ ਘਟੀਆ ਢੰਗਾਂ ਨਾਲ ਕੀਤੀ ਗਈ ਘੋਰ ਬੇਅਦਬੀ ਨੇ ਸਿੱਖਾਂ ਨੂੰ ਸਭ ਨਾਲੋਂ ਜ਼ਿਆਦਾ ਦੁੱਖ ਪਹੁੰਚਾਇਆ। ਇਹ ਇੱਕ ਅਜਿਹੀ ਗੱਲ ਸੀ ਜਿਸ ਦੀ ਸਿੱਖਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਕਿੰਨੇ ਹੀ ਚਸ਼ਮਦੀਦ ਗਵਾਹਾਂ ਨੇ ਇਸ ਘਿਨਾਉਣੇ ਤੱਥ ਦੀ ਤਸਦੀਕ ਕੀਤੀ ਹੈ ਕਿ ਧਾੜਵੀਆਂ ਨੇ ਕਈ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅਤਿਅੰਤ ਨਫ਼ਰਤ ਨਾਲ ਠੁੱਡੇ ਮਾਰੇ ਹਵਾ 'ਚ ਉਛਾਲਿਆ। ਇਸ ਦੇ ਸਾਰੇ ਪੰਨੇ ਪਾੜ ਕੇ ਖਿਲਾਰ ਦਿੱਤੇ ਗਏ। ਇਨ੍ਹਾਂ ਫਟੇ ਖਿਲਾਰੇ ਪੰਨਿਆਂ ਨੂੰ ਪੈਰਾਂ ਹੇਠ ਮਧੋਲਿਆ ਗਿਆ ਅਤੇ ਕਈ ਥਾਵਾਂ ਤੇ ਅਜਿਹਾ ਕੁਝ ਕੀਤਾ ਗਿਆ ਜਿਸ ਦਾ ਜ਼ਿਕਰ ਕਰਨਾ ਵੀ ਮੁਸ਼ਕਲ ਹੈ। ਭਾਰਤ ਅੰਦਰ ਫਿਰਕੂ ਦੰਗੇ ਬਹੁਤ ਹੋਏ ਹਨ, ਪਰ ਕਿਸੇ ਫਿਰਕੇ ਦੇ ਧਾਰਮਿਕ ਗ੍ਰੰਥ ਦਾ ਇਸ ਤਰ੍ਹਾਂ ਗਿਣੇ ਮੱਥੇ ਤੇ ਯੋਜਨਾਬੱਧ ਢੰਗ ਨਾਲ ਅਪਮਾਨ ਕਰਨ ਦਾ ਇਤਿਹਾਸ ਅੰਦਰ ਇਹ ਪਹਿਲਾ ਬਦਨਾਮ ਵਾਕਿਆ ਹੈ। ਕਿਸੇ ਆਪ ਮੁਹਾਰੇ ਤੇ ਮੌਕੇ ਤੇ ਪੈਦਾ ਹੋਏ ਵਕਤੀ ਗੁੱਸੇ ਚੋਂ ਇਸ ਕਦਰ ਕਮੀਨੀ ਫਿਰਕੂ ਹਰਕਤ ਨਹੀਂ ਹੋ ਸਕਦੀ। ਅਜਿਹਾ ਕਰਮ ਜ਼ਰੂਰ ਹੀ ਕਿਸੇ ਵੱਧ ਡੂੰਘੀ ਤੇ ਵਧੇਰੇ ਬੁਨਿਆਦੀ ਨਫ਼ਰਤ ਦਾ ਪ੍ਰਗਟਾਵਾ ਕਰਦਾ ਹੈ। ਧਾਰਮਿਕ ਚਿੰਨ੍ਹਾਂ ਦੀ ਬੇਅਦਬੀ। ਲਗਭਗ ਹਰ ਜਗ੍ਹਾ ਹਿੰਦੂ ਪੀੜਾਂ ਨੇ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਵਿਰੁੱਧ ਉਚੇਚੀ ਨਫ਼ਰਤ ਵਿਖਾਈ। ਸਿੱਖਾਂ ਨੂੰ ਬੇਦਰਦੀ ਨਾਲ ਕਤਲ ਕਰਨ ਤੋਂ ਪਹਿਲਾਂ ਉਹਨਾਂ ਦੀਆਂ ਪੱਗਾਂ ਨੂੰ ਹਵਾ ਵਿੱਚ ਉਛਾਲਣ ਤੇ ਸਾੜ ਦੇਣ ਅਤੇ ਉਹਨਾਂ ਦੇ ਕੇਸਾਂ ਦਾੜ੍ਹੀਆਂ ਨੂੰ ਜਬਰਨ ਕੁਤਰ ਦੇਣ ਦੀਆਂ ਘਟਨਾਵਾਂ ਬਹੁਤ ਹੀ ਵਿਆਪਕ ਪੈਮਾਨੇ ਤੇ ਵਾਪਰੀਆਂ। ਇਹ ਕਰਤੂਤ ਕਰਦਿਆਂ ਹਿੰਦੂ ਭੀੜਾਂ ਵੱਲੋਂ ਖੁਸ਼ੀ ਵਿੱਚ ਕਿਲਕਾਰੀਆਂ ਮਾਰਨ ਅਤੇ ਚਾਂਬੜਾਂ ਪਾਏ ਜਾਣ ਦੀਆਂ ਰਿਪੋਰਟਾਂ ਆਮ ਮਿਲਦੀਆਂ ਹਨ। ਈਸਟ ਵਿਨੋਦ ਨਗਰ ਦੀਆਂ ਕੁਝ ਵਿਧਵਾਵਾਂ ਨੇ ਅਮੀਆਂ ਰਾਓ ਤੇ ਉਸ ਦੇ ਸਾਥੀਆਂ ਨੂੰ ਆਪਣੀ ਦਰਦਨਾਕ ਵਿਥਿਆ ਬਿਆਨ ਕਰਦਿਆਂ ਦੱਸਿਆ ਕਿ 1 ਨਵੰਬਰ ਨੂੰ ਯੂਪੀ ਦੀ ਸਰਹੱਦ ਵਾਲੇ ਪਾਸਿਓਂ ਖੱਦਰ ਦੀਆਂ ਦੁੱਧ ਚਿੱਟੀਆਂ ਪੁਸ਼ਾਕਾਂ ਵਾਲੇ ਕਾਂਗਰਸੀ ਵਰਕਰਾਂ ਨਾਲ ਭਰੀਆਂ ਹੋਈਆਂ 2 ਬੱਸਾਂ ਆਈਆਂ ਜੋ ਕਾਲੋਨੀ ਦੇ ਸਾਹਮਣੇ ਸੜਕ ਉੱਤੇ ਆ ਕੇ ਰੁਕ ਗਈਆਂ। ਇਹ ਵਰਕਰ ਇੰਦਰਾ ਗਾਂਧੀ ਦੇ ਅੰਤਮ ਦਰਸ਼ਨ ਕਰਨ ਚੱਲੇ ਸਨ। ਉਹ ਕਾਹਲੀ ਨਾਲ ਬੱਸਾਂ ਚੋਂ ਉਤਰ ਕੇ ਕਾਲੋਨੀ ਅੰਦਰ ਆ ਘੁਸੇ ਅਤੇ ਉਹਨਾਂ ਉਥੇ ਪਹਿਲਾਂ ਹੀ ਚੋਖੀ ਗਿਣਤੀ ਵਿੱਚ ਇਕੱਠੇ ਹੋਏ ਮਸਟੰਡਿਆਂ ਨੂੰ ਨਾਲ ਲੈ ਕੇ ਸਿੱਖਾਂ ਉੱਤੇ ਵਹਿਸ਼ੀ ਹੱਲਾ ਬੋਲ ਦਿੱਤਾ। ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਦੇ ਦਰਸ਼ਨਾਂ ਨੂੰ ਜਾਣ ਤੋਂ ਪਹਿਲਾਂ ਉਹ ਕਾਲੋਨੀ ਦਾ ਜੋ ਹਾਲ ਬਣਾ ਕੇ ਗਏ, ਰਾਮ ਜੇਠ ਮਲਾਨੀ ਨੇ ਉਸ ਦਾ ਖਾਕਾ ਇਸ ਤਰ੍ਹਾਂ ਖਿੱਚਿਆ ਹੈ। ਜਦੋਂ ਅਸੀਂ ਵਿਨੋਦ ਨਗਰ ਦੀ ਤਰਫ ਮੁੜੇ ਤਾਂ ਸੜਕ ਦੇ ਪਾਰ ਇੱਕ ਅਣਪਛਾਤੀ ਲਾਸ਼ ਪਈ ਵੇਖੀ। ਉਥੋਂ ਲੰਘ ਰਹੇ ਲੋਕਾਂ ਨੇ, ਜਿਨ੍ਹਾਂ ਨੇ ਸਭ ਕੁਝ ਆਪਣੇ ਅੱਖੀਂ ਡਿੱਠਾ ਸੀ, ਸਾਨੂੰ ਦੱਸਿਆ ਕਿ ਉਹ ਲਾਸ਼ ਵਿਨੋਦ ਨਗਰ ਦੇ ਹੀ ਰਹਿਣ ਵਾਲੇ ਇੱਕ ਸਿੱਖ ਦੀ ਸੀ, ਜਿਸ ਨੂੰ ਮਾਰਨ ਤੋਂ ਪਹਿਲਾਂ ਕਾਤਲਾਂ ਨੇ ਉਸ ਦਾ ਮੂੰਹ ਸਿਰ ਮੁੰਨ ਦਿੱਤਾ ਸੀ ਤੇ ਫਿਰ ਜਿਉਂਦੇ ਹੀ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਸੀ। ਗਲੀ ਵਿੱਚ ਕਿੰਨੀਆਂ ਹੀ ਜਲੀਆਂ ਹੋਈਆਂ ਲਾਸ਼ਾਂ ਵਿਸੀਆਂ ਪਈਆਂ ਸਨ ਜੋ ਜ਼ਹਿਰਾ ਰੂਪ ਵਿੱਚ ਸਿੱਖਾਂ ਦੀਆਂ ਸਨ, ਜਿਨ੍ਹਾਂ ਦੇ ਲੰਮੇ ਕੱਟੇ ਹੋਏ ਵਾਲ ਲਾਸ਼ਾਂ ਦੇ ਕੋਲ ਪਏ ਸਨ। ਕੁਝ ਹੀ ਘੰਟੇ ਪਹਿਲਾਂ ਵਿਧਵਾ ਕਰ ਦਿੱਤੀਆਂ ਗਈਆਂ ਦੁਖਿਆਰੀਆਂ ਸਿੱਖ ਔਰਤਾਂ ਨੇ ਦੱਸਿਆ ਕਿ ਹਥਿਆਰੇ ਸਿੱਖਾਂ ਦੇ ਵਾਲ ਕੱਟਣ ਵੇਲੇ ਉਹਨਾਂ ਨੂੰ ਮਸ਼ਕਰੀਆਂ ਕਰਦੇ ਤੇ ਮੋਨੇ ਕਹਿ ਕੇ ਉਹਨਾਂ ਦਾ ਮਜ਼ਾਕ ਉਡਾਉਂਦੇ ਰਹੇ। ਸਿੱਖਾਂ ਨੂੰ ਨੱਚਣ ਲਈ ਮਜਬੂਰ ਕਰਕੇ ਹਥਿਆਰਿਆਂ ਦੀ ਭੀੜ ਜੰਗਲੀ ਹਾਸਾ ਹੱਸਦੀ ਰਹੀ। ਅਖੀਰ ਵਿੱਚ ਉਹਨਾਂ ਉੱਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਗਾ ਦਿੱਤੀ ਗਈ ਅਤੇ ਦਰਿੰਦੇ ਮਨੁੱਖੀ ਜ਼ਿੰਦਾ ਨੂੰ ਅੱਗ ਵਿੱਚ ਸੜਦੇ ਅਤੇ ਖੌਫ ਦੇ ਪੀੜ ਨਾਲ ਕਰਲਾਉਂਦੇ ਵੇਖ ਕੇ ਬਾਗੀਆਂ ਪਾਉਂਦੇ ਰਹੇ। ਇੱਕ ਬਜ਼ੁਰਗ ਸਿੱਖ ਔਰਤ ਨੇ ਦੱਸਿਆ ਕਿ ਉਸ ਦੇ ਪੋਤਰੇ ਨੂੰ ਪਹਿਲਾਂ ਗੰਜਾ ਕੀਤਾ ਗਿਆ ਅਤੇ ਫਿਰ ਉਸ ਨੂੰ ਮਾਰਨ ਤੋਂ ਬਾਅਦ ਉਸ ਦੇ ਵਾਲ ਉਸ ਬਦਨਸੀਬ ਦਾਦੀ ਨੂੰ ਪੇਸ਼ ਕੀਤੇ ਗਏ। BBC ਦੇ ਰਿਪੋਰਟਰ ਸਤੀਸ਼ ਜੈਕਬ ਨੇ 2 ਨਵੰਬਰ ਨੂੰ ਤਰਲੋਕਪੁਰੀ ਦੇ 32 ਨੰਬਰ ਬਲਾਕ ਵਿੱਚ ਜਾ ਕੇ ਵੇਖਿਆ ਕਿ ਹਰ ਘਰ ਦੇ ਵਰਾਂਡੇ ਵਿੱਚ ਲਾਸ਼ਾਂ ਬਿਖਰੀਆਂ ਪਈਆਂ ਸਨ, ਜਿਹੜੀਆਂ ਕਿ ਜ਼ਾਹਰਾ ਤੌਰ ਤੇ ਸਿੱਖਾਂ ਦੀਆਂ ਸਨ, ਕਿਉਂਕਿ ਉਹਨਾਂ ਨੂੰ ਮਾਰਨ ਤੋਂ ਬਾਅਦ ਉਹਨਾਂ ਦੇ ਕੇਸਾਂ ਨੂੰ ਕੱਟ ਕੇ ਲਾਸ਼ਾਂ ਦੇ ਕੋਲ ਖਿਲਾਰ ਦਿੱਤਾ ਗਿਆ ਸੀ। ਸੁਲਤਾਨਪੁਰੀ, ਜਿੱਥੇ ਤਰਲੋਕਪੁਰੀ ਤੇ ਮੰਗੋਲਪੁਰੀ ਵਾਂਗ ਹੀ ਹਿੰਦੂ ਨਾਜ਼ੀਵਾਦੀਆਂ ਨੇ ਪਹਿਲੀ
ਤੇ 2 ਨਵੰਬਰ ਨੂੰ ਵਹਿਸ਼ਤ ਤੇ ਦਰਿੰਦਗੀ ਦੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਸਨ। ਵਿਖੇ ਕਤਲੇਆਮ ਦਾ ਕਾਰੋਬਾਰ ਨਿਰਵਿਘਨ ਨੇਪਰੇ ਚਾੜ ਲੈਣ ਤੋਂ ਬਾਅਦ ਜਿਉਂਦੇ ਬਚ ਰਹੇ ਸਿੱਖਾਂ ਨੂੰ ਸਥਾਨਕ ਠਾਣੇ ਅੰਦਰ ਜਾਨਵਰਾਂ ਵਾਂਗ ਤੂੜ ਦਿੱਤਾ ਗਿਆ ਸੀ। 3 ਤੇ 4 ਨਵੰਬਰ ਦੀ ਗੱਲ ਹੈ, ਜਦੋਂ ਥਾਣੇਦਾਰ ਨੇ ਇੱਕ ਨਾਈ ਨੂੰ ਥਾਣੇ ਅੰਦਰ ਬੁਲਾ ਕੇ ਸਾਰੇ ਸਿੱਖ ਮਰਦਾਂ ਦੇ ਕੇਸ ਜਬਰੀ ਕਤਲ ਕਰਵਾ ਦਿੱਤੇ ਸਨ। ਉਤੋਂ ਹੋਰ ਸਿਤਮ ਇਹ ਕਿ ਨਾਈ ਨੂੰ ਵਾਲ ਕਟਾਈ ਦੇ ਪੈਸੇ ਵੀ ਸਿੱਖਾਂ ਦੀਆਂ ਹੀ ਜੇਬਾਂ ਚੋਂ ਦਿੱਤੇ ਗਏ ਸਨ। 21 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਨਾਈ ਨੂੰ ਖੜੇ ਪੈਰ ਹੀ 500 ਰੁਪਏ ਦੀ ਕਮਾਈ ਹੋ ਗਈ ਸੀ। 1 ਨਵੰਬਰ ਨੂੰ ਜਦੋਂ ਤੁਗਲਕਾਬਾਦ ਦੇ ਰੇਲਵੇ ਸਟੇਸ਼ਨ ਉੱਤੇ ਹਲਕਾਈਆਂ ਹੋਈਆਂ ਹਿੰਦੂ ਭੀੜਾਂ ਵੱਲੋਂ ਸਿੱਖਾਂ ਨੂੰ ਗੱਡੀ ਚੋਂ ਲਾਹ ਕੇ ਬੇਰਹਿਮੀ ਨਾਲ ਕਤਲ ਕੀਤਾ ਜਾ ਰਿਹਾ ਸੀ, ਤਾਂ ਇੱਕ ਸਿੱਖ ਬੀਬੀ ਨੇ ਕਾਤਲਾਂ ਦੇ ਮਿੰਨਤ ਤਰਲੇ ਕਰਕੇ ਰੋਂਦਿਆਂ ਕੁਰਲਾਉਂਦਿਆਂ ਆਪਣੇ ਨੌਜਵਾਨ ਪਤੀ ਦੀ ਜਾਨ ਤਾਂ ਬਖਸ਼ਾ ਲਈ ਸੀ, ਪਰ ਹਿੰਦੂ ਦੰਗਾਕਾਰੀਆਂ ਨੇ ਇਸ ਰਹਿਮ ਦੀ ਜੋ ਕੀਮਤ ਵਸੂਲ ਕੀਤੀ ਉਹ ਕਤਲ ਨਾਲੋਂ ਘੱਟ ਨਹੀਂ ਸੀ। ਜਾਨ ਬਖਸ਼ੀ ਦੇ ਇਵਜ ਵਿੱਚ ਉਹਨਾਂ ਜਿੱਦ ਕਰਕੇ ਉਹਦੇ ਸਿੱਖ ਪਤੀ ਦੇ ਕੇਸ ਕਤਲ ਕਰ ਦਿੱਤੇ ਅਤੇ ਪੱਗ ਨੂੰ ਅੱਗ ਲਾ ਕੇ ਸਾੜ ਦਿੱਤਾ ਸੀ। ਤਰਲੋਕਪੁਰੀ ਵਿੱਚ ਇੱਕ ਦੁਖਿਆਰੀ ਮਾਂ ਨੂੰ ਜਦ ਭਾਰੀ ਤਲਾਸ਼ ਕਰਨ ਤੋਂ ਬਾਅਦ ਆਪਣੇ 16 ਸਾਲ ਦੇ ਪੁੱਤਰ ਦੀ ਲਾਸ਼ ਇੱਕ ਗਲੀ ਵਿੱਚ ਪਈ ਹੋਈ ਮਿਲੀ ਸੀ, ਤਾਂ ਇਹ ਵੇਖ ਕੇ ਉਸਦੀ ਧਾਰ ਨਿਕਲ ਗਈ ਸੀ ਕਿ ਨਾ ਸਿਰਫ ਉਸ ਦੇ ਜਿਗਰ ਦੇ ਟੋਟੇ ਦਾ ਅੰਗ-ਅੰਗ ਵੱਢਿਆ ਪਿਆ ਸੀ, ਸਗੋਂ ਉਸ ਦੇ ਹੱਥ ਵਿੱਚ ਪਾਇਆ ਹੋਇਆ ਕੜਾ ਵੀ ਟੁਕੜੇ-ਟੁਕੜੇ ਹੋਇਆ ਬਿਖਰਿਆ ਪਿਆ ਸੀ। ਜਾਨੀ ਕਿ ਫਿਰਕੂ ਜਲਾਦਾਂ ਨੂੰ ਉਸ ਅਲੂਈ ਜਿੰਦ ਉੱਤੇ ਜ਼ੁਲਮ ਢਾਹ ਕੇ ਹੀ ਰਾਜ ਨਹੀਂ ਸੀ ਆਇਆ, ਉਹਨਾਂ ਨੇ ਉਸ ਦੇ ਕੜੇ ਉੱਤੇ ਵੀ ਬਰਾਬਰ ਆਪਣੀ ਫਿਰਕੂ ਵਿਉਂ ਲਾਈ ਸੀ। ਪ੍ਰਸਿੱਧ ਪੱਤਰਕਾਰ ਮਰਹੂਮ ਇਵਾਨ ਫੇਰਾ ਨੇ ਵੀ ਹਿੰਦੂ ਦੰਗਾਕਾਰੀਆਂ ਦੀ ਇਸ ਘਿਨੌਣੀ ਫਿਰਕੂ ਮਾਨਸਿਕਤਾ ਦਾ ਜ਼ਿਕਰ ਕਰਦੇ ਹੋਏ ਲਿਖਿਆ ਹੈ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਮਕਤੂਲਾਂ ਦੇ ਸਿਰ ਮੁੰਨ ਦਿੱਤੇ ਗਏ ਅਤੇ ਮਾਰਨ ਤੋਂ ਪਹਿਲਾਂ ਉਹਨਾਂ ਦੀਆਂ ਦਾੜ੍ਹੀਆਂ ਨੂੰ ਅੱਗ ਲਾ ਕੇ ਲੂਹ ਦਿੱਤਾ ਗਿਆ। ਜਿਵੇਂ ਕਿ ਕੇਂਦਰੀ ਵਜ਼ਾਰਤ ਦੇ ਇੱਕ ਸੀਨੀਅਰ ਸਿੱਖ ਅਫਸਰ ਦਾ ਕਹਿਣਾ ਸੀ ਕਿ ਸਾਰਾ ਪਾਪ ਸਿੱਖਾਂ ਨੂੰ ਜਲੀਲ ਕਰਨ, ਦੁਬੇਲ ਬਣਾਉਣ ਤਾਂ ਭਵਿੱਖ ਵਿੱਚ ਉਹਨਾਂ ਵੱਲੋਂ ਕੋਈ ਮੋੜਵਾਂ ਹਮਲਾ ਕਰਨ ਦੀ ਸੰਭਾਵਨਾ ਨੂੰ ਖਤਮ ਕਰਨ ਲਈ ਗਿਣ ਮਿਥ ਕੇ ਕੀਤਾ ਗਿਆ ਸੀ। ਟਾਈਮਜ਼ ਆਫ ਇੰਡੀਆ ਦੇ ਇੱਕ ਪੱਤਰਕਾਰ ਨੇ ਕਤਲੋ ਗਾਰਤ ਦੇ ਝੱਟ ਬਾਅਦ ਜਦ ਫਰਾਸ਼ ਬਾਜ਼ਾਰ ਵਿਖੇ ਸਥਾਪਿਤ ਕੀਤੇ ਗਏ ਇੱਕ ਰਾਹਤ ਕੈਂਪ ਦਾ ਦੌਰਾ ਕੀਤਾ ਤਾਂ ਉਸ ਨੂੰ ਪਹਿਲੀ ਨਜ਼ਰੇ ਉਹ ਇੱਕ ਹਿੰਦੂ ਕੈਂਪ ਨਜ਼ਰ ਆਇਆ, ਕਿਉਂਕਿ ਉੱਥੇ ਸ਼ਰਨ ਲੈਣ ਵਾਲੇ ਬਹੁਤ ਸਾਰੇ ਸਿੱਖ ਮਰਦਾਂ ਨੇ ਕਤਲੇਆਮ ਦੌਰਾਨ ਆਪਣੀਆਂ ਜਾਨਾਂ ਬਚਾਉਣ ਲਈ ਮਜਬੂਰੀ ਵਸ ਆਪਣੇ ਮੂੰਹ ਸਿਰ ਮੁਨਾ ਦਿੱਤੇ ਸਨ, ਆਪਣੇ ਕੇਸ ਕਤਲ ਕਰਵਾਉਣ ਲਈ ਮਜਬੂਰ ਹੋਏ ਜਾਂ ਕੀਤੇ ਗਏ। ਇਹਨਾਂ ਬਦਨਸੀਬ ਸਿੱਖਾਂ ਦੇ ਮਨ ਦੀ ਵੇਦਨਾ ਨੂੰ ਜੈ ਜੇਤਲੀ ਨੇ ਇਹਨਾਂ ਸ਼ਬਦਾਂ ਵਿੱਚ ਪ੍ਰਗਟ ਕੀਤਾ ਹੈ। 5 ਨਵੰਬਰ ਨੂੰ ਜਦੋਂ ਅਸੀਂ ਫਰਾਸ਼ ਬਾਜ਼ਾਰ ਦੇ ਰਾਹਤ ਕੈਂਪ ਵਿੱਚ ਪੀੜਤਾਂ ਨੂੰ ਕੱਪੜੇ ਵੰਡ ਰਹੇ ਸਾਂ ਤਾਂ ਸਾਰੇ ਹੀ ਮਰਦ ਮੈਂਬਰਾਂ ਨੇ ਹੋਰ ਕਿਸੇ ਵੀ ਚੀਜ਼ ਤੋਂ ਪਹਿਲਾਂ ਆਪਣੇ ਸਿਰਾਂ ਨੂੰ ਢੱਕਣ ਲਈ ਪੱਗਾਂ ਦੀ ਮੰਗ ਕੀਤੀ ਸੀ। ਉਹਨਾਂ ਦੇ ਸਵੈਮਾਨ ਮਨ ਆਤਮਾ ਦੇ ਆਬਰੂ ਦਾ ਜੋ ਘਾਣ ਹੋ ਚੁੱਕਾ ਸੀ ਉਹ ਸਾਫ਼ ਨਜ਼ਰ ਆ ਰਿਹਾ ਸੀ। ਉਹਨਾਂ ਦੇ ਮਨਾਂ ਅੰਦਰ ਆਪਣੀ ਖੁੱਸੀ ਹੋਈ ਸ਼ਾਨ ਨੂੰ ਵਾਪਸ ਮੋੜ ਲਿਆਉਣ ਦੀ ਫੌਰੀ ਇੱਛਾ ਤੇ ਤੀਬਰ ਤਾਂਘ ਪੈਦਾ ਹੋ ਗਈ ਸੀ। ਲੇਖਕ ਸਰਦਾਰ ਅਜਮੇਰ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।